ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਨੂੰ ਪੰਜਾਬ ਵਾਰਡ ਅਟੈਂਡੈਂਟ ਦੇ ਅਤੇ ਮਲਟੀਪਲ ਹੈਲਥ ਵਰਕਰ ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ। ਇਸੇ ਸੰਬੰਧ ਵਿੱਚ ਜੀਕੇ ਦੀ ਜੋ ਸੀਰੀਜ਼ ਹੈ ਤੁਸੀਂ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਇਸ ਦਾ ਲਿੰਕ ਮਿਲ ਜਾਵੇਗਾ। ਇਸ ਵੀਡੀਓ ਰਾਹੀਂ ਅਸੀਂ ਮੈਥ ਦੇ ਸਵਾਲਾਂ ਦੀ ਲੜੀ ਜਿਹੜੀ ਉਹ ਪੰਜਾਬੀ ਵਿੱਚ ਸ਼ੁਰੂ ਕਰ ਰਹੇ ਹਾਂ। ਇਸ ਤੋਂ ਪਹਿਲਾਂ ਮੈਥ ਦੇ ਸਵਾਲਾਂ ਦੀ ਲੜੀ ਜਿਹੜੀ ਉਹ ਇੰਗਲਿਸ਼ ਵਿੱਚ ਸ਼ੁਰੂ ਕੀਤੀ ਸੀ, ਪਰੰਤੂ ਕਿਉਂਕਿ ਪੇਪਰ ਪੰਜਾਬੀ ਵਿੱਚ ਆਉਣਾ ਇਸ ਕਰਕੇ ਹੁਣ ਅਸੀਂ ਇਹ ਮੈਥ ਦੇ ਕੁਐਸਚਨ ਜਿਹੜੇ ਸਾਰੇ ਉਹ ਤੁਹਾਨੂੰ ਪੰਜਾਬੀ ਵਿੱਚ ਹੀ ਕਰਵਾਵਾਂਗੇ। ਅੱਜ ਇਸ ਵੀਡੀਓ ਵਿੱਚ ਅਸੀਂ ਚੈਪਟਰ 1 ਸੰਖਿਆਵਾਂ ਕਰਾਂਗੇ। ਇਹ ਵੀਡੀਓ ਸਾਰੇ ਕੁਐਸਚਨ 8th ਲੈਵਲ ਦੇ ਜੋ ਐਕਸਪੈਕਟਡ ਤੁਹਾਡੇ ਕੁਐਸਚਨ ਐਗਜ਼ਾਮ ਵਿੱਚ ਆ ਸਕਦੇ ਹਨ ਉਹਨਾਂ ਦੇ ਹਿਸਾਬ ਨਾਲ ਹੀ ਵੀਡੀਓ ਬਣਾਈ ਗਈ ਹੈ। ਇਸ ਤੋਂ ਸੰਬੰਧੀ ਇਸ ਦਾ ਸਾਰਾ ਸਟੱਡੀ ਮਟੀਰੀਅਲ ਅਤੇ ਸਿਲੇਬਸ ਅਤੇ ਜਿਸ ਸੰਬੰਧੀ ਮੈਂ ਵੀਡੀਓ ਨਹੀਂ ਬਣਾ ਪਾਉਂਦਾ ਉਹ ਸਾਰਾ ਸਟੱਡੀ ਮਟੀਰੀਅਲ ਮੈਂ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਗਰੁੱਪਾਂ ਉੱਤੇ ਪਾ ਦਿੰਦਾ ਹਾਂ। ਇਹਨਾਂ ਦੋਹਾਂ ਟੈਲੀਗ੍ਰਾਮ ਅਤੇ ਇੰਸਟਾਗ੍ਰਾਮਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਮਿਲ ਜਾਣਗੇ ਜਾਂ ਫਿਰ ਤੁਸੀਂ ਸਿੱਧਾ ਆਪਣੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਜਾ ਕੇ ਸਟੱਡੀ ਐਂਡ ਇਨਫੋ ਸਰਚ ਕਰਕੇ ਵੀ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਅਤੇ ਉੱਥੋਂ ਸਾਰਾ ਸਟੱਡੀ ਮਟੀਰੀਅਲ ਕਲੈਕਟ ਕਰ ਸਕਦੇ ਹੋ। ਚੈਪਟਰ 1 ਸੰਖਿਆਵਾਂ ਅੱਜ ਸ਼ੁਰੂ ਕਰਦੇ ਹਾਂ। ਇਸ ਦਾ ਪਹਿਲਾ ਸਵਾਲ ਹੈ ਸੰਖਿਆ 36890 ਵਿੱਚ ਅੰਕ 8 ਦੇ ਸਥਾਨਕ ਮਾਨ ਅਤੇ ਅੰਕਿਤ ਮਾਨ ਦਾ ਅੰਤਰ ਹੋਵੇਗਾ। ਇਸ ਵਿੱਚ ਸਭ ਤੋਂ ਪਹਿਲਾਂ ਅਸੀਂ 36890 ਦਾ ਸਥਾਨਕ ਅਤੇ ਅੰਕਿਤ ਮਾਨ ਦੇਖਾਂਗੇ। 8 ਦਾ ਸਥਾਨਕ ਮਾਨ ਕੀ ਹੋਵੇਗਾ? ਅੱਠ ਦਾ ਸਥਾਨਕ ਮਾਨ ਸਾਡੇ ਕੋਲ ਹੋਵੇਗਾ 8 ਪਿੱਛੇ ਓਨੀਆਂ ਹੀ ਜ਼ੀਰੋਜ਼ ਮਤਲਬ 800 ਤੇ ਹੁਣ 8 ਦਾ ਅੰਕਿਤ ਮਾਨ 8 ਦਾ ਅੰਕਿਤ ਮਾਨ ਹੋਵੇਗਾ ਉਸ ਅੰਕ ਦੀ ਖੁਦ ਦੀ ਹੀ ਕਿੰਨੀ ਵੈਲਿਊ ਹੈ ਮਤਲਬ 8 ਤੇ ਅਸੀਂ ਇਹਨਾਂ ਦੋਵਾਂ ਦਾ ਅੰਤਰ ਦੱਸਣਾ ਹੈ। ਜਦੋਂ ਅਸੀਂ 800 ਤੇ 8 ਦਾ ਅੰਤਰ ਕਰਾਂਗੇ ਤਾਂ ਸਾਡੇ ਕੋਲ ਬਣੇਗਾ 792। ਸੋ ਇਸ ਦਾ ਉੱਤਰ ਹੈ 792। ਇਸ ਸਵਾਲ ਦੇ ਜ਼ਰੀਏ ਤੁਹਾਨੂੰ ਕਿਸੇ ਵੀ ਸੰਖਿਆ ਦਾ ਸਥਾਨਕ ਅਤੇ ਅੰਕਿਤ ਮਾਨ ਪਤਾ ਹੋਣਾ ਚਾਹੀਦਾ ਹੈ ਕਿ ਉਸ ਦਾ ਸਥਾਨਕ ਮਾਨ ਕੀ ਹੋਵੇਗਾ ਅਤੇ ਅੰਕਿਤ ਮਾਨ ਕੀ ਹੋਵੇਗਾ। ਫਿਰ ਤੁਸੀਂ ਇਸ ਤਰ੍ਹਾਂ ਦਾ ਹਰ ਸਵਾਲ ਹੱਲ ਕਰ ਸਕਦੇ ਹੋ। ਚਲੋ ਦੂਸਰੇ ਸਵਾਲ ਤੇ ਚੱਲਦੇ ਹਾਂ। ਸਾਡਾ ਦੂਸਰਾ ਸਵਾਲ ਹੈ 3 ਅੰਕਾਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਸੰਖਿਆ ਵਿੱਚ ਕੀ ਅੰਤਰ ਹੋਵੇਗਾ? ਹੁਣ ਇੱਥੇ ਸਾਨੂੰ 3 ਅੰਕਾਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਸੰਖਿਆ ਚਾਹੀਦੀ ਹੈ। ਮੈਂ ਤੁਹਾਨੂੰ ਦੱਸ ਦਵਾਂ, ਜਦੋਂ ਅਸੀਂ ਅੰਕਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 10 ਅੰਕ ਬਣਦੇ ਹਨ 0 ਤੋਂ ਲੈ ਕੇ 9 ਤੱਕ। ਮਤਲਬ 0 1 2 3 4 5 6 7 ਤੇ 8 ਸਾਡੇ ਕੋਲ ਕੁੱਲ 10 ਅੰਕ ਹੁੰਦੇ ਹਨ। ਇਹੀ ਅੰਕ ਮਿਲ ਕੇ ਸਾਰੀਆਂ ਸੰਖਿਆਵਾਂ ਇਹਨਾਂ ਤੋਂ ਹੀ ਬਣਦੀਆਂ ਹਨ। ਤਾਂ ਇਹਨਾਂ ਵਿੱਚ 10 ਅੰਕਾਂ ਵਿੱਚ ਤੁਹਾਨੂੰ ਸਭ ਤੋਂ ਵੱਡੀ ਸੰਖਿਆ ਕਿਹੜੀ ਲੱਗ ਰਹੀ ਹੈ? ਇਹ 9 ਹੋਵੇਗੀ। ਤਾਂ ਜੇਕਰ ਅਸੀਂ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਬਣਾਉਣੀ ਹੈ ਤਾਂ ਉਹ 9 ਨਾਲ ਹੀ ਬਣੇਗੀ। ਤਾਂ ਸਾਡੇ ਕੋਲ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਇਹ ਬਣੇਗੀ 999 ਜਾਨੀ ਕਿ 999। 3 ਅੰਕ ਅਸੀਂ ਇੱਥੇ ਪੂਰੇ ਕਰ ਚੁੱਕੇ ਹਾਂ। ਜੇਕਰ ਸਾਨੂੰ 2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਪੁੱਛੀ ਗਈ ਹੈ ਤਾਂ ਉਹ 99 ਹੋਵੇਗੀ। ਜੇਕਰ ਸਾਨੂੰ 1 ਅੰਕ ਦੀ ਸਭ ਤੋਂ ਵੱਡੀ ਸੰਖਿਆ ਤਾਂ ਉਹ 9 ਹੋਵੇਗੀ। ਜੇਕਰ ਸਾਨੂੰ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਤਾਂ ਉਹ 9999 ਹੋਵੇਗੀ। ਇਸੇ ਤਰ੍ਹਾਂ ਹੁਣ ਅਸੀਂ ਸਭ ਤੋਂ ਛੋਟੀ ਸੰਖਿਆ, ਇਸ ਵਿੱਚ ਸਭ ਤੋਂ ਛੋਟੀ ਸੰਖਿਆ ਜੋ ਹੈ ਉਹ 0 ਯਾਨੀ ਕਿ 0 ਦੀ ਮਦਦ ਨਾਲ ਬਣੇਗੀ। ਹੁਣ ਅਸੀਂ 3 ਅੰਕਾਂ ਦੀ ਹੀ ਸਭ ਤੋਂ ਛੋਟੀ ਸੰਖਿਆ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਪਿੱਛੇ 0 ਲੈ ਲਵਾਂਗੇ। ਹੁਣ ਜਿੰਨੇ ਅੰਕ ਅਸੀਂ ਪੂਰੇ ਕਰਨੇ ਹਨ 3 ਅੰਕਾਂ ਦੀ ਬਣਾਣੀ ਹੈ, ਇੱਥੇ ਵੀ 0 ਤੇ ਇੱਥੇ 1। ਇਹ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੈ। ਇਸੇ ਤਰ੍ਹਾਂ ਅਗਰ ਤੁਹਾਨੂੰ 2 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਕਹੀ ਜਾਂਦੀ ਹੈ ਤਾਂ ਉਹ 10 ਹੋਵੇਗੀ ਕਿਉਂਕਿ ਅਸੀਂ ਪਿੱਛੇ ਇੱਕ 0 ਲੈ ਕੇ ਉਸ ਪੂਰੇ ਸੰਖਿਆ ਨੂੰ ਕੰਪਲੀਟ ਕਰ ਦੇਣਾ ਹੈ।
ਹੁਣ ਅਸੀਂ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ 100 ਲੈ ਲਈ ਹੈ। ਅਸੀਂ ਇਹਨਾਂ ਦੋਵਾਂ ਦਾ ਕੀ ਕਰਨਾ ਹੈ, ਅੰਤਰ ਕਰਨਾ ਹੈ। ਅਸੀਂ ਜਦੋਂ ਇਹਨਾਂ ਨੂੰ ਅੰਤਰ ਕਰਾਂਗੇ ਤਾਂ ਸਾਡੇ ਕੋਲ ਬਣ ਜਾਵੇਗਾ 899, ਜੋ ਕਿ ਤੁਹਾਡਾ ਉੱਤਰ ਹੈ। ਇਸ ਸਵਾਲ ਦੇ ਜ਼ਰੀਏ ਤੁਸੀਂ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਸੰਖਿਆ ਦਾ ਜੋ ਟੌਪਿਕ ਹੈ ਇਹ ਕਲੀਅਰ ਕਰ ਲੈਣਾ ਹੈ ਕਿ ਅਸੀਂ ਸਭ ਤੋਂ ਛੋਟੀ ਸੰਖਿਆ ਤੇ ਸਭ ਤੋਂ ਵੱਡੀ ਸੰਖਿਆ ਕਿਵੇਂ ਲੈਂਦੇ ਹਾਂ। ਹੁਣ ਚੱਲਦੇ ਹਾਂ ਅਗਲੇ ਸਵਾਲ ਤੇ। ਸਵਾਲ ਨੰਬਰ 3, 80905 ਦਾ ਸੰਖਿਆ ਰੂਪ ਕੀ ਹੈ? 80905 ਜੋ ਹੈ ਇਹ ਇਸ ਨੂੰ ਸ਼ਬਦ ਦੇ ਰੂਪ ਵਿੱਚ ਲਿਖਿਆ ਹੋਇਆ ਹੈ। ਅਸੀਂ ਇਸ ਦਾ ਸੰਖਿਆ ਰੂਪ ਦੱਸਣਾ ਹੈ। ਹੁਣ ਅਸੀਂ ਇਸ ਦਾ ਸੰਖਿਆ ਰੂਪ ਕਿਵੇਂ ਬਣਾਵਾਂਗੇ? 80 ਤੇ 1000। 1000 ਤੋਂ ਭਾਵ 80 ਦੇ ਪਿੱਛੇ 3 ਅੰਕ ਹੋਣਗੇ। ਅੱਗੇ ਹੈ ਸਾਡੇ ਕੋਲ 900, ਮਤਲਬ 9 ਦੇ ਪਿੱਛੇ 2 ਅੰਕ ਹੋਣਗੇ। 905, 5 ਸਾਡਾ ਆਖਰੀ ਅੰਕ ਬਣੇਗਾ। ਇਹ ਸਾਡੇ ਕੋਲ ਬਣ ਗਿਆ 80905। ਇਸ ਤਰ੍ਹਾਂ ਦੀਆਂ ਸੰਖਿਆਵਾਂ ਦੇ ਸ਼ਬਦ ਰੂਪ ਜਾਂ ਸੰਖਿਆ ਰੂਪ ਤੁਹਾਨੂੰ ਕਿਸੇ ਦੇ ਵੀ ਲਿਖਣੇ ਆ ਸਕਦੇ ਹਨ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਕਿਵੇਂ ਬਣਨੇ ਹੈ। ਜਿਵੇਂ ਇੱਥੇ 80 ਨਾ ਹੋ ਕੇ 82000 ਹੁੰਦਾ ਤਾਂ ਅਸੀਂ ਇੱਥੇ ਪਹਿਲਾਂ ਹੀ 82 ਲਿਖ ਲੈਣਾ ਸੀ, ਪਿੱਛੇ 905। ਅਗਰ 82985 ਹੁੰਦਾ ਤਾਂ ਅਸੀਂ 82985। ਇਹ 0 ਇੱਥੇ ਇਸੇ ਲਈ ਆਈ ਹੈ ਕਿਉਂਕਿ ਇੱਥੇ ਕੋਈ ਹੋਰ ਅੰਕ ਨਹੀਂ ਸੀ ਤੇ ਅਸੀਂ 900 ਵਿੱਚ 5 ਲਾ ਕੇ 905 ਬਣਾ ਦਿੱਤਾ ਸੀ। ਅਗਲੇ ਸਵਾਲ ਤੇ ਚੱਲਦੇ ਹਾਂ। ਸਵਾਲ ਨੰਬਰ 4, ਇਹ ਸਾਨੂੰ ਰੋਮਨ ਅੰਕ ਵਿੱਚ ਦਿੱਤਾ ਹੋਇਆ ਹੈ। ਅਸੀਂ ਇਸ ਦਾ ਸੰਗਤ ਹਿੰਦੂ ਅਰੇਬਿਕ ਸੰਖਿਆ ਵਿੱਚ ਇਸ ਦਾ ਮਾਨ ਦੱਸਣਾ ਹੈ। ਹੁਣ ਦੇਖੋ ਇਹ ਕੀ ਹੈ। ਰੋਮਨ ਅੰਕਾਂ ਦੇ ਮੁਤਾਬਿਕ ਇਹ ਜੋ ਐਕਸ ਸ਼ੇਪ ਬਣਾਈ ਹੋਈ ਹੈ ਇਸ ਤੋਂ ਭਾਵ ਹੁੰਦਾ ਹੈ 10 ਅਤੇ ਬਾਕੀ ਸਾਰੇ ਰੋਮਨ ਅੰਕ ਕਿਵੇਂ ਚੱਲਦੇ ਹਨ? 1 ਦਾ ਮਾਨ ਹੋਵੇਗਾ 1 ਤੇ ਇਹ ਹੋਵੇਗਾ 2, ਇਸੇ ਤਰ੍ਹਾਂ 3, 4, 5। ਜਦੋਂ 6 ਬਣਨਾ ਹੈ ਤਾਂ ਇਸ 5 ਵਿੱਚ 1 ਜੁੜ ਜਾਵੇਗਾ 6, ਇਸ 5 ਵਿੱਚ 2, 7, ਇਸੇ 5 ਵਿੱਚ 3, 8 ਤੇ ਹੁਣ ਜਦੋਂ 9 ਬਣਾਉਣਾ ਹੈ ਤਾਂ ਇਸ 10 ਵਿੱਚੋਂ 1 ਘਟ ਜਾਵੇਗਾ। ਇਹ ਬਣ ਗਿਆ 9 ਅਤੇ ਇਹ ਸਾਡੇ ਕੋਲ 10 ਜੋ ਕਿ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਦਿੱਤਾ ਹੈ। ਹੁਣ ਇਸ ਵਿੱਚ ਦੇਖੋ ਇਹ 2 ਹਨ, ਮਤਲਬ 2 ਵਾਰ 10 ਨੂੰ ਜੋੜ ਲਵੋ। ਇਹ ਬਣ ਗਿਆ 10 plus 10 plus ਇਹ ਕੀ ਹੋਵੇਗਾ 2। ਇਹ ਸਾਡੇ ਕੋਲ ਬਣ ਜਾਵੇਗਾ 22। ਸੋ ਇਸ ਦਾ ਉੱਤਰ ਹੈ 22। ਇਹ 10 10 ਤੇ 2 22। ਅਗਰ ਇਸ ਦੀ ਜਗ੍ਹਾ ਕੋਈ ਵੀ ਹੋਰ ਰੋਮਨ ਅੰਕ ਤੁਹਾਨੂੰ ਲਿਖਣ ਲਈ ਆਉਂਦਾ ਹੈ, ਜਿਵੇਂ ਇਹ ਇਸ ਤਰ੍ਹਾਂ ਹੁੰਦਾ ਤਾਂ ਹੁਣ ਦੇਖੋ ਇੱਥੇ 10 10 3 ਵਾਰ ਆ ਚੁੱਕਿਆ ਹੈ। 10 20 30 ਤੇ 5 ਮਤਲਬ 35। ਇਸੇ ਤਰ੍ਹਾਂ 10 20 ਚ 4 ਹੁੰਦੇ ਤਾਂ ਸਾਡੇ ਕੋਲ ਇਸ ਦਾ 34 ਬਣ ਜਾਣਾ ਸੀ, ਜੇਕਰ ਇਸ ਦੀ ਜਗ੍ਹਾ ਸਾਡੇ ਕੋਲ 4 ਹੁੰਦਾ। ਇਸ ਦੇ ਨਾਲ ਤੁਸੀਂ ਆਪਣੇ ਸਾਰੇ ਇਹ ਰੋਮਨ ਅੰਕ ਜੋ ਮੈਂ ਤੁਹਾਨੂੰ ਦੱਸ ਦਿੱਤੇ ਹਨ, ਇਹਨਾਂ ਦੀ ਮਦਦ ਨਾਲ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਸਵਾਲ ਹੱਲ ਕਰ ਸਕਦੇ ਹੋ। ਚਲੋ, ਉਮੀਦ ਹੈ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਹੁਣ ਅਸੀਂ ਆਪਣੇ ਅਗਲੇ ਸਵਾਲ ਤੇ ਚੱਲਦੇ ਹਾਂ। ਸਵਾਲ ਨੰਬਰ 5, 3000 ਦੀ ਅਗੇਤਰ ਸੰਖਿਆ ਕੀ ਹੈ? 3000 ਦੀ ਅਸੀਂ ਅਗੇਤਰ ਸੰਖਿਆ ਦੱਸਣੀ ਹੈ। ਇਸ ਦੇ ਨਾਲ ਰਿਲੇਟਡ ਸਾਨੂੰ 75 ਦਾ ਸਵਾਲ ਵੀ ਆ ਸਕਦਾ ਹੈ। ਅਗੇਤਰ ਤੋਂ ਭਾਵ ਹੈ ਇਸ ਤੋਂ ਅੱਗੇ। ਜਦੋਂ ਤੁਸੀਂ 3000 ਤੋਂ ਅੱਗੇ ਵੱਲ ਜਾਣਾ ਹੈ, ਇਸ ਤੋਂ ਅੱਗੇ ਗਿਣਤੀ, ਤਾਂ ਤੁਸੀਂ ਇਸ ਦੀ 3000 ਇੱਕ ਲਿਖੋਗੇ ਤਾਂ ਇਸ ਦੀ ਅਗੇਤਰ ਸੰਖਿਆ ਬਣ ਗਈ
3001 मतलब 3000 ਦੀ ਅਗੇਤਰ ਸੰਖਿਆ ਕਿਸੇ ਵੀ ਸੰਖਿਆ ਦੀ ਅਗੇਤਰ ਦੱਸਣੀ ਹੈ ਤਾਂ ਤੁਸੀਂ ਉਸ ਵਿੱਚ 1 ਜਮਾ ਕਰਨਾ ਹੈ। ਜੇਕਰ ਤੁਹਾਨੂੰ ਇਹ ਕਨਸੈਪਟ ਔਖਾ ਲੱਗਦਾ ਹੈ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿ ਅਗੇਤਰ ਦਾ ਮਤਲਬ ਜਮਾ 1। 3000 ਵਿੱਚ ਜਦੋਂ ਅਸੀਂ ਜਮਾ 1 ਕਰਾਂਗੇ ਤਾਂ ਉਹ 3001 ਬਣ ਜਾਵੇਗਾ। ਤਾਂ ਇਹ ਸਾਡੀ ਇਸ ਦੀ ਅਗੇਤਰ ਸੰਖਿਆ ਹੋ ਗਈ। ਅਗਰ ਤੁਸੀਂ 3000 ਦੀ ਤੁਹਾਨੂੰ ਪਿਛੇਤਰ ਸੰਖਿਆ ਪੁੱਛੀ ਜਾਂਦੀ ਹੈ ਤਾਂ ਇਸ ਦੀ ਪਿਛੇਤਰ ਸੰਖਿਆ ਕੀ ਹੋਵੇਗੀ? ਤਾਂ ਤੁਸੀਂ ਇਸ ਨੂੰ ਜਦੋਂ ਇਸ ਤੋਂ ਇੱਕ ਗਿਣਤੀ ਪਿੱਛੇ ਜਾਓਗੇ ਤਾਂ ਇਹ ਹੋਵੇਗੀ 2999। ਜਾਂ ਮੈਂ ਤੁਹਾਨੂੰ ਜੋ ਇਹ ਮੈਥਡ ਦੱਸਿਆ ਹੈ ਕਿ ਅਗੇਤਰ ਅੱਗੇ ਮਤਲਬ ਜਮਾ 1, ਉਸੇ ਤਰ੍ਹਾਂ ਪਿਛੇਤਰ ਪਿੱਛੇ ਤੇ 1 ਘਟਾਓ ਕਰਨਾ ਹੈ। ਮਤਲਬ 3000 ਵਿੱਚੋਂ ਜਦੋਂ ਅਸੀਂ 1 ਘਟਾਵਾਂਗੇ ਤਾਂ ਸਾਡੇ ਕੋਲ ਕੀ ਬਣ ਜਾਏਗੀ? 2999। ਇਹ ਸਾਡੀ ਇਸ ਦੀ ਪਿਛੇਤਰ ਸੰਖਿਆ ਬਣ ਜਾਵੇਗੀ। ਤੇ ਇਸ ਤਰ੍ਹਾਂ ਅਗੇਤਰ ਤੇ ਪਿਛੇਤਰ ਦਾ ਹਰ ਤਰ੍ਹਾਂ ਦਾ ਸਵਾਲ ਤੁਸੀਂ ਇਸ ਦੀ ਮਦਦ ਨਾਲ ਹੱਲ ਕਰ ਸਕਦੇ ਹੋ। ਚਲੋ ਹੁਣ ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ। ਸਵਾਲ ਨੰਬਰ 6। 60502 ਤੋਂ ਇੱਕ ਘੱਟ ਸੰਖਿਆ ਕੀ ਹੈ? ਸਭ ਤੋਂ ਪਹਿਲਾਂ ਦੇਖੋ, ਇਹ ਜੋ ਤੁਹਾਨੂੰ ਸੰਖਿਆ ਦਾ ਸ਼ਬਦ ਵਿੱਚ ਵਰਣਨ ਕੀਤਾ ਹੋਇਆ ਹੈ, ਇਸ ਨੂੰ ਅਸੀਂ ਪਹਿਲਾਂ ਸੰਖਿਆ ਵਿੱਚ ਬਣਾਉਣਾ ਹੈ। 60502 ਇਸ ਨੂੰ ਇਸ ਦਾ ਸੰਖਿਆ ਕੀ ਬਣੇਗੀ? ਇਹ ਮੈਂ ਤੁਹਾਨੂੰ ਪਿੱਛੇ ਇੱਕ ਸਵਾਲ ਚ ਬਣਾਉਣਾ ਸਿਖਾ ਚੁੱਕੀ ਹਾਂ ਕਿ 60502 ਕਿਸੇ ਵੀ ਸ਼ਬਦ ਨੂੰ ਅਸੀਂ ਅੰਕਾਂ ਵਿੱਚ ਕਿਵੇਂ ਲਿਖਦੇ ਹਾਂ। ਤਾਂ ਇਹ ਬਣੇਗਾ 60000 ਮਤਲਬ ਪਿੱਛੇ 3 ਅੰਕਾਂ ਦੀ ਜਗ੍ਹਾ ਹੋਵੇਗੀ 500, 5 ਦੇ ਪਿੱਛੇ 2 ਅੰਕ, 102 ਮਤਲਬ 2 ਆਖਰ ਵਿੱਚ ਹੋਵੇਗਾ। 60502 ਤੋਂ ਇੱਕ ਘੱਟ, ਅਸੀਂ ਇੱਕ ਘੱਟ ਜਾਣਾ ਹੈ। ਹੁਣ ਜਦ ਤੁਸੀਂ ਇਸ ਤੋਂ ਇੱਕ ਪਿੱਛੇ ਚਲੇ ਜਾਓ, ਮਤਲਬ ਇਸ ਤੋਂ ਇੱਕ ਪਿੱਛੇ ਤੁਸੀਂ ਜਾਓਗੇ ਤਾਂ ਇਹ ਹੋਵੇਗਾ 60501। ਗਿਣਤੀ ਵਿੱਚ ਇਸ ਤੋਂ ਬਾਅਦ ਇਹ ਆਏਗਾ ਜਾਂ ਇਸ ਤੋਂ ਪਹਿਲਾਂ ਇਹ ਆਏਗਾ, ਜਾਂ ਫਿਰ ਤੁਸੀਂ ਇੱਕ ਘਟਾਓ ਵੀ ਕਰ ਸਕਦੇ ਹੋ। ਤਾਂ ਤੁਸੀਂ ਇਸ ਨੂੰ ਇੱਕ ਘਟਾਓ ਕਰਕੇ ਸੋਲਵ ਕਰ ਸਕਦੇ ਹੋ। ਤਾਂ ਉਸ ਦਾ ਉੱਤਰ ਆ ਜਾਵੇਗਾ 60501। ਇਸ ਦਾ ਉੱਤਰ ਸੰਖਿਆ ਵਿੱਚ ਹੈ ਤਾਂ ਤੁਸੀਂ ਸੰਖਿਆ ਵਿੱਚ ਇਹ ਲਾ ਸਕਦੇ ਹੋ, ਜਾਂ ਲਿਖਣ ਵਿੱਚ 60501 ਆ ਜਾਵੇਗਾ। ਹੁਣ ਤੁਹਾਨੂੰ ਇਹ ਸਵਾਲ ਕਲੀਅਰ ਹੋ ਚੁੱਕਿਆ ਹੋਵੇਗਾ। ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ। ਸਵਾਲ ਨੰਬਰ 7। ਨਿਮਨਲਿਖਤ ਵਿੱਚ ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ? ਅਸੀਂ ਇਸ ਵਿੱਚ ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਸੰਖਿਆ ਦੇਖਣੀ ਹੈ। ਇਸ ਲਈ ਕਿਸੇ ਵੀ ਇਸ ਤਰ੍ਹਾਂ ਦਾ ਜਦੋਂ ਸਵਾਲ ਆਵੇ ਤਾਂ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਅੰਕਾਂ ਦੀ ਗਿਣਤੀ ਕਰਨੀ ਹੈ। ਤੁਹਾਡਾ ਜੋ ਵੀ ਇਸ ਤਰ੍ਹਾਂ ਦੇ ਕਿਸੇ ਵੀ ਸਵਾਲ ਵਿੱਚ ਸਾਡਾ ਪਹਿਲਾ ਜੋ ਸਟੈਪ ਹੋਵੇਗਾ ਉਹ ਹੋਵੇਗਾ ਅੰਕਾਂ ਦੀ ਗਿਣਤੀ। ਜਿਸ ਦੇ ਅੰਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੋਵੇਗੀ ਉਹ ਸਭ ਤੋਂ ਵੱਡੀ ਹੋਵੇਗੀ, ਤੇ ਜਿਸ ਦੇ ਅੰਕਾਂ ਦੀ ਗਿਣਤੀ ਸਭ ਤੋਂ ਘੱਟ ਹੋਵੇਗੀ ਉਹ ਸੰਖਿਆ ਸਭ ਤੋਂ ਛੋਟੀ ਹੋਵੇਗੀ। ਚਲੋ ਸਭ ਤੋਂ ਪਹਿਲਾਂ ਅਸੀਂ ਇਸ ਦੇ ਅੰਕਾਂ ਦੀ ਗਿਣਤੀ ਕਰ ਲੈਂਦੇ ਹਾਂ। 1 2 3 4 5 ਇਸ ਦੇ 5 ਅੰਕ ਹਨ। 1 2 3 4 5 ਇਸ ਦੇ ਵੀ 5 ਅੰਕ ਹਨ। 1 2 3 4 5 ਇਸ ਦੇ ਵੀ 5 ਹਨ ਤੇ 1 2 3 ਇਸ ਦੇ 3 ਅੰਕ ਹਨ। ਦੇਖੋ ਹੁਣ ਇੱਥੇ ਸਭ ਤੋਂ ਵੱਡੀ ਸੰਖਿਆ ਤਾਂ ਸਾਨੂੰ ਅਜੇ ਨਹੀਂ ਮਿਲੀ, ਪਰ ਸਭ ਤੋਂ ਛੋਟੀ, ਕਿਉਂਕਿ ਇਸ ਦੇ 3 ਅੰਕ ਹਨ ਤਾਂ ਸਭ ਤੋਂ ਛੋਟੀ ਸੰਖਿਆ ਇਹ ਹੋਵੇਗੀ। ਤਾਂ ਸਾਡੇ ਕੋਲ ਸਭ ਤੋਂ ਛੋਟੀ ਸੰਖਿਆ ਕੀ ਆ ਗਈ? 850। ਹੁਣ ਅਸੀਂ ਚੱਲਦੇ ਹਾਂ ਆਪਣੇ ਸਟੈਪ ਨੰਬਰ 2 ਤੇ। ਇਸ ਮੁਤਾਬਿਕ ਅਸੀਂ ਹਮੇਸ਼ਾ ਪਹਿਲਾ ਅੰਕ ਦੇਖਣਾ ਹੈ, ਯਾਨੀ ਕਿ ਸ਼ੁਰੂਆਤ ਤੋਂ, ਸ਼ੁਰੂਆਤੀ ਅੰਕ। ਕਿਉਂਕਿ ਜੇਕਰ ਸਾਡੇ ਕੋਲ ਅੰਕਾਂ ਦੀ ਗਿਣਤੀ ਬਰਾਬਰ ਹੈ ਤਾਂ ਅਸੀਂ ਸ਼ੁਰੂਆਤੀ ਅੰਕ ਦੇਖਣਾ ਹੈ।
ਇਸ ਦੂਸਰੇ ਸਟੈਪ ਤੇ ਤੁਸੀਂ ਉਦੋਂ ਹੀ ਆਓਗੇ ਜਦੋਂ ਤੁਹਾਡਾ ਪਹਿਲਾ ਸਟੈਪ ਤੁਸੀਂ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਅੰਕਾਂ ਦੀ ਗਿਣਤੀ ਤੇ ਹੁਣ ਸ਼ੁਰੂਆਤੀ ਅੰਕ। ਹੁਣ ਇਹਨਾਂ ਤਿੰਨਾਂ ਵਿੱਚ ਹੀ ਅਸੀਂ ਸ਼ੁਰੂਆਤੀ ਅੰਕ ਦੇਖਦੇ ਹਾਂ। ਇਸ ਵਿੱਚ ਕੀ ਹੈ 3, ਇਸ ਵਿੱਚ 4 ਤੇ ਇਸ ਵਿੱਚ 3। ਹੁਣ ਇਹਨਾਂ ਵਿੱਚੋਂ ਸਭ ਤੋਂ ਵੱਡਾ ਸ਼ੁਰੂਆਤੀ ਅੰਕ ਕਿਹੜਾ ਹੈ 4। ਇਸ ਦਾ ਮਤਲਬ ਹੈ ਸਭ ਤੋਂ ਵੱਡੀ ਸੰਖਿਆ ਸਾਡੇ ਕੋਲ ਇਹੀ ਹੋਵੇਗੀ। ਤਾਂ ਇਸ ਮੁਤਾਬਿਕ ਸਾਡੇ ਕੋਲ ਜੋ ਸਭ ਤੋਂ ਛੋਟੀ ਸੰਖਿਆ ਹੈ ਜੋ ਅਸੀਂ ਪਹਿਲਾਂ ਸੋਲਵ ਕਰ ਲਈ ਹੈ ਉਹ ਕੀ ਬਣ ਗਈ ਸਾਡੇ ਕੋਲ 850 ਅਤੇ ਸਭ ਤੋਂ ਵੱਡੀ ਸੰਖਿਆ ਇਹ ਸਾਡੇ ਕੋਲ ਆ ਗਈ ਹੈ 44645। ਹੁਣ ਇਹ ਸਾਡਾ ਸਵਾਲ ਇੱਥੇ ਹੀ ਖਤਮ ਹੋ ਗਿਆ ਹੈ, ਪਰ ਜੇਕਰ ਸਾਡੇ ਕੋਲ ਇਹਨਾਂ ਦਾ ਸ਼ੁਰੂਆਤੀ ਅੰਕ 20 ਬਰਾਬਰ ਹੁੰਦਾ ਤਾਂ ਤੁਸੀਂ ਸ਼ੁਰੂਆਤੀ ਤੋਂ ਅਗਲਾ ਅੰਕ ਦੇਖਣਾ ਸੀ ਤੇ ਇਸੇ ਤਰ੍ਹਾਂ ਇਹ ਚੱਲਦਾ ਰਹਿਣਾ ਹੈ। ਮਤਲਬ ਹੁਣ ਅਸੀਂ ਦੂਸਰਾ ਅੰਕ ਸ਼ੁਰੂ ਤੋਂ, ਪਿੱਛੇ ਤੋਂ ਨਹੀਂ, ਸ਼ੁਰੂ ਤੋਂ ਦੂਸਰਾ ਅੰਕ ਦੇਖਣਾ ਹੈ। ਜਿਸ ਦਾ ਦੂਸਰਾ ਅੰਕ ਵੱਡਾ ਫਿਰ ਉਹ ਵੱਡਾ ਹੋਵੇਗਾ। ਜੇ ਦੂਸਰਾ ਵੀ ਬਰਾਬਰ ਹੈ ਤਾਂ ਤੀਸਰਾ ਦੇਖਣਾ ਹੈ ਤੇ ਇਸੇ ਤਰ੍ਹਾਂ ਅੱਗੇ ਚੱਲਦੇ ਜਾਣਾ ਹੈ ਜਦ ਤੱਕ ਸਾਨੂੰ ਸਾਡੀ ਸਭ ਤੋਂ ਵੱਡੀ ਜਾਂ ਸਭ ਤੋਂ ਛੋਟੀ ਸੰਖਿਆ ਨਹੀਂ ਮਿਲ ਜਾਂਦੀ। ਤੁਹਾਨੂੰ ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਸੰਖਿਆ ਦਾ ਕਨਸੈਪਟ ਸਮਝ ਆ ਗਿਆ ਹੋਵੇਗਾ, ਕਿਉਂਕਿ ਇਸ ਨਾਲ ਰਿਲੇਟਡ ਜੋ ਸਵਾਲ ਹੈ ਉਹ ਬਹੁਤ ਆ ਜਾਂਦੇ ਹਨ ਕਿ ਇਹਨਾਂ ਵਿੱਚੋਂ ਸਭ ਤੋਂ ਛੋਟੀ ਦੱਸੋ, ਸਭ ਤੋਂ ਵੱਡੀ ਦੱਸੋ। ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ। ਸਵਾਲ ਨੰਬਰ 8, 40868 ਨੂੰ ਨੇੜੇ ਦੇ ਸੈਂਕੜੇ ਰੂਪ ਵਿੱਚ ਲਿਖੋ। ਅਸੀਂ ਇਸ ਨੂੰ ਨੇੜੇ ਦੇ ਸੈਂਕੜੇ ਰੂਪ ਵਿੱਚ ਲਿਖਣਾ ਹੈ। ਦੇਖੋ 40868 ਸੈਂਕੜਾ। ਤੁਸੀਂ ਇੱਥੇ ਧਿਆਨ ਦੇਣਾ ਹੈ ਸੈਂਕੜਾ ਤੇ ਕਿ ਅਸੀਂ ਸੈਂਕੜਾ ਦੇ ਨੇੜੇ ਜਾਣਾ ਹੈ। ਸੈਂਕੜਾ ਦਾ ਨੇੜੇ ਮਤਲਬ ਇਸ ਦੇ ਨੇੜੇ 100। ਨੇੜੇ 100 ਮਤਲਬ ਜਦੋਂ ਇਸ ਦੇ ਨੇੜੇ ਪਿੱਛੇ 2 ਸਿਫਰਾਂ ਹੋਣ। 100 ਦਾ ਮਤਲਬ ਇਹੀ ਹੁੰਦਾ ਹੈ ਕਿ ਪਿੱਛੇ 2 ਸਿਫਰਾਂ ਦੇ ਨੇੜੇ ਤੱਕ ਅਸੀਂ ਪਹੁੰਚਣਾ ਹੈ। ਹੁਣ ਦੇਖੋ ਪਹਿਲਾ ਸਾਡੇ ਕੋਲ ਆਪਸ਼ਨ ਹੈ 40000 ਤੇ 100। ਇਹ ਵੀ ਸੈਂਕੜਾ ਹੈ ਪਰ ਅਸੀਂ ਨੇੜੇ ਜਾਣਾ ਹੈ। 40000, 40800, 40500। ਹੁਣ ਤੁਸੀਂ ਪਿੱਛੇ ਤੋਂ ਸੈਂਕੜਾ ਦੇਖਣਾ ਸ਼ੁਰੂ ਕਰੋ। ਇਹ ਸੈਂਕੜਾ ਹੈ, ਠੀਕ ਹੈ। ਇਹ ਸਾਡੇ ਕੋਲ 1000 ਬਣ ਚੁੱਕਿਆ ਹੈ। ਇਹ ਵੀ ਸੈਂਕੜਾ ਹੈ ਤੇ ਇਹ ਵੀ ਸੈਂਕੜਾ ਹੈ। ਹੁਣ ਇਸ ਦੇ ਪਿੱਛੇ ਸਾਡੇ ਕੋਲ 868 ਹੈ। 868 ਦੇ ਸਭ ਤੋਂ ਨੇੜੇ ਸੈਂਕੜਾ ਕੀ ਹੋ ਸਕਦਾ ਹੈ? ਦੇਖੋ 2 ਹੀ ਬਣਦੇ ਨੇ, ਜਾਂ ਤਾਂ 800 ਜਾਂ ਫਿਰ 900 ਜੋ ਇਸ ਦਾ ਸੈਂਕੜਾ ਹੋਵੇਗਾ ਨੇੜੇ। ਤਾਂ ਸਾਡੇ ਕੋਲ ਆਪਸ਼ਨ ਵਿੱਚ ਇੱਥੇ ਕਿਹੜਾ ਮੌਜੂਦ ਹੈ 40800। ਤਾਂ ਇਸ ਦਾ ਨੇੜੇ ਦਾ ਸੈਂਕੜਾ ਕੀ ਬਣ ਗਿਆ? ਇਹ ਸਾਡੇ ਕੋਲ ਬਣ ਗਿਆ 40800। ਹੁਣ ਇਸ ਸਵਾਲ ਵਿੱਚ ਇੱਕ ਚੀਜ਼ ਹੋਰ ਵੀ ਹੈ ਜੋ ਇਸ ਦੇ ਸੈਂਕੜੇ ਵਿੱਚ ਤੁਹਾਨੂੰ 2 ਦੱਸੇ ਹਨ, ਇੱਕ 800 ਤੇ ਇੱਕ 900। 868 ਦੇ ਜ਼ਿਆਦਾ ਨੇੜੇ 900 ਹੈ ਕਿਉਂਕਿ 900 ਨਾਲੋਂ ਇਸ ਵਿੱਚ ਸਿਰਫ 32 ਦਾ ਫਰਕ ਹੈ। ਅਗਰ ਅਸੀਂ 868 ਵਿੱਚ 32 ਪਾ ਦਿੰਨੇ ਹਾਂ ਤਾਂ ਸਾਡੇ ਕੋਲ 900 ਬਣਦਾ ਹੈ, ਪਰੰਤੂ 800 ਤੱਕ ਜਾਣ ਲਈ ਇਸ ਨੂੰ ਖੁਦ ਵਿੱਚੋਂ 68 ਘਟਾਉਣੇ ਪੈਣੇ ਹਨ। ਤਾਂ ਇਸ ਦਾ ਮਤਲਬ ਸਾਡੇ ਕੋਲ ਜ਼ਿਆਦਾ ਨੇੜੇ ਤਾਂ 900 ਬਣਦਾ ਹੈ, ਪਰੰਤੂ ਆਪਸ਼ਨਾਂ ਦੇ ਮੁਤਾਬਿਕ, ਸਾਨੂੰ ਦਿੱਤੀਆਂ ਹੋਈਆਂ ਆਪਸ਼ਨਾਂ ਦੇ ਮੁਤਾਬਿਕ ਇਸ ਦਾ ਉੱਤਰ 40800 ਹੈ। ਤੇ ਜੇਕਰ ਸਾਨੂੰ ਇਸ ਦਾ ਨੇੜੇ ਦਾ 1000 ਪੁੱਛਿਆ ਜਾਂਦਾ ਤਾਂ ਫਿਰ ਜੋ ਸਵਾਲ ਹੈ ਉਹ ਅਲੱਗ ਹੋਣਾ ਸੀ। ਇਸ ਵਿੱਚ ਨੇੜੇ ਦਾ 1000 ਸਾਡੇ ਕੋਲ 40000 ਹੋਵੇਗਾ। ਜੇਕਰ ਤੁਹਾਨੂੰ ਨੇੜੇ ਦਾ 1000 ਪੁੱਛਿਆ ਜਾਂਦਾ ਹੈ ਤਾਂ ਅਸੀਂ ਪਿੱਛੇ 3 ਜ਼ੀਰੋਜ਼ ਤੱਕ ਜਾਣਾ ਹੁੰਦਾ ਹੈ, ਮਤਲਬ ਫਿਰ ਇਸ ਦਾ 40000 ਬਣਨਾ ਸੀ, ਕਿਉਂਕਿ ਇਹ ਤਿੰਨੋਂ ਤਾਂ ਇਸ ਦੇ ਸੈਂਕੜੇ ਰੂਪ ਹਨ। ਉਮੀਦ ਹੈ ਤੁਹਾਨੂੰ ਇਹ ਸਵਾਲ ਵੀ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ। ਸਵਾਲ ਨੰਬਰ 9, 17008 ਸੈਂਕੜੇ 3 ਦਿਹਾਈ ਅਤੇ 4 ਇਕਾਈ ਕੀ ਹੋਵੇਗਾ? ਹੁਣ ਇਸ ਸਵਾਲ ਲਈ ਤੁਹਾਨੂੰ ਇਕਾਈ, ਦਹਾਈ, ਸੈਂਕੜਾ, 1000 ਦਾ ਜੋ ਕਨਸੈਪਟ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ। ਇਸ ਦੀ ਆਪਾਂ ਨੇ ਸੰਖਿਆ ਰੂਪ ਬਣਾਉਣਾ ਹੈ। ਸਭ ਤੋਂ ਪਹਿਲਾਂ ਤਾਂ
ਜਿਸ ਦੇ ਨਾਲ ਵੀ 1000 ਲੱਗਿਆ ਹੈ ਉਸ ਨੂੰ ਅਸੀਂ 1000 ਨਾਲ ਗੁਣਾ ਕਰਨਾ ਹੈ। ਜਿਸ ਦੇ ਨਾਲ ਵੀ ਸੈਂਕੜਾ ਲੱਗਿਆ ਹੈ ਉਸ ਨੂੰ ਅਸੀਂ 100 ਨਾਲ ਗੁਣਾ ਕਰਨਾ ਹੈ। ਦਹਾਈ ਲੱਗਿਆ ਹੈ ਤਾਂ ਉਸ ਨੂੰ ਅਸੀਂ 10 ਨਾਲ ਤੇ ਇਕਾਈ ਨੂੰ ਅਸੀਂ 1 ਨਾਲ। ਇਹ ਸਾਰੇ ਕਰਨ ਤੋਂ ਬਾਅਦ ਅਸੀਂ ਇਹਨਾਂ ਸਾਰੀਆਂ ਸੰਖਿਆਵਾਂ ਨੂੰ ਜੋੜ ਦੇਣਾ ਹੈ। ਹੁਣ ਅਸੀਂ ਸਵਾਲ ਤੇ ਚੱਲਦੇ ਹਾਂ। ਜਿਵੇਂ 17000, ਦੇਖੋ 17000 ਹੋਵੇਗਾ। 17 ਨੂੰ ਗੁਣਾ ਕੀਤੀ 1000 ਨਾਲ, ਇਹ ਬਣ ਗਿਆ 17 ਦੇ ਪਿੱਛੇ 3 ਜ਼ੀਰੋ। ਇਸੇ ਤਰ੍ਹਾਂ 8 ਸੈਂਕੜੇ, ਮਤਲਬ 8 ਨੂੰ ਗੁਣਾ ਕੀਤੀ 100 ਨਾਲ ਤਾਂ ਇਹ ਬਣ ਗਿਆ 800, ਠੀਕ ਹੈ। ਤੇ 3 ਦਹਾਈ, 3 ਨੂੰ ਗੁਣਾ ਕੀਤੀ 10 ਨਾਲ ਤਾਂ ਇਹ ਬਣ ਗਿਆ 30। 4 ਇਕਾਈ, 4 ਨੂੰ ਗੁਣਾ ਕੀਤੀ 1 ਨਾਲ ਤੇ ਇਹ ਬਣ ਗਿਆ 4। ਹੁਣ ਅਸੀਂ ਇਹਨਾਂ ਸਾਰਿਆਂ ਨੂੰ ਜੋੜ ਕੇ ਆਪਣੀ ਸੰਖਿਆ ਬਣਾ ਦੇਣੀ ਹੈ। ਇਹਨਾਂ ਸਾਰਿਆਂ ਨੂੰ ਜੋੜਦੇ ਹਾਂ, ਇਹਨਾਂ ਚਾਰੇ ਸੰਖਿਆਵਾਂ ਨੂੰ। ਇਹ ਬਣ ਜਾਏਗਾ 4 3 8 7 1। ਤਾਂ ਇਹ ਸਾਡੇ ਕੋਲ 17834 ਜੋ ਇਸ ਦਾ ਸੰਖਿਆ ਵਿੱਚ ਉੱਤਰ ਆ ਗਿਆ। ਇਹ ਸਾਡੇ ਕੋਲ ਸੰਖਿਆ ਬਣ ਗਈ। ਜੇ ਇਸ ਨੂੰ ਤੁਸੀਂ ਸ਼ਬਦਾਂ 'ਚ ਲਿਖਣਾ ਹੈ ਤਾਂ ਵੀ ਤੁਸੀਂ ਇਸ ਨੂੰ ਲਿਖ ਸਕਦੇ ਹੋ। 17834। ਉਮੀਦ ਹੈ ਤੁਹਾਨੂੰ ਇਹ ਸਵਾਲ ਵੀ ਸਮਝ ਆ ਗਿਆ ਹੋਵੇਗਾ। ਚੱਲਦੇ ਹਾਂ ਆਪਣੇ ਅਗਲੇ ਤੇ ਅੱਜ ਦੇ ਆਖਰੀ ਸਵਾਲ ਤੇ। ਸਵਾਲ ਨੰਬਰ 10। 2845 ਵਿੱਚ 8 ਅਤੇ 5 ਨੂੰ ਆਪਸ ਵਿੱਚ ਬਦਲਣ ਤੇ ਪ੍ਰਾਪਤ ਸੰਖਿਆ ਅਤੇ ਮੂਲ ਸੰਖਿਆ ਦਾ ਕੀ ਅੰਤਰ ਹੋਵੇਗਾ। ਹੁਣ ਇਸ ਵਿੱਚ 2845 ਵਿੱਚ ਅਸੀਂ 8 ਤੇ 5 ਨੂੰ ਆਪਸ ਵਿੱਚ ਬਦਲਣਾ ਹੈ। ਮਤਲਬ ਇਹ ਇਸ ਦੀ ਜਗ੍ਹਾ ਬਦਲ ਜਾਵੇਗਾ ਤੇ ਇਹ ਇਸ ਦੀ ਜਗ੍ਹਾ ਬਦਲ ਜਾਵੇਗਾ। ਆਪਸ ਵਿੱਚ ਬਦਲਣ ਤੇ ਪ੍ਰਾਪਤ ਸੰਖਿਆ, ਜਦੋਂ ਅਸੀਂ ਇਹਨਾਂ ਨੂੰ ਆਪਸ ਵਿੱਚ ਬਦਲ ਦਵਾਂਗੇ ਤਾਂ ਸਾਡੇ ਕੋਲ ਪ੍ਰਾਪਤ ਸੰਖਿਆ ਕੀ ਹੋ ਜਾਵੇਗੀ। देखो ये बदल के बन जाएगा 8 की जगह 5, 2 5 4 5 की जगह 8, यानी कि 2548 ਸਾਡੇ ਕੋਲ ਬਦਲਣ ਤੇ ਸਾਡੇ ਕੋਲ ਜੋ ਮੂਲ ਸੰਖਿਆ ਸੀ, ਜੋ ਮਤਲਬ ਸਾਨੂੰ ਦਿੱਤੀ ਹੋਈ ਸੀ, ਉਹ ਮੂਲ ਸੰਖਿਆ ਕੀ ਹੈ। ਮੂਲ ਸੰਖਿਆ ਹੈ ਸਾਡੇ ਕੋਲ 2845। ਹੁਣ ਅਸੀਂ ਇਹਨਾਂ ਦਾ ਅੰਤਰ ਦੱਸਣਾ ਹੈ ਤਾਂ ਅਸੀਂ ਵੱਡੀ ਵਿੱਚੋਂ ਛੋਟੀ ਸੰਖਿਆ ਮਾਈਨਸ ਕਰ ਦਾਂਗੇ, मतलब घटा दांगे। वड्डी संख्या साडे कोल है ते छोटी संख्या 2548। इन्हां नूं घटाओ करांगे। 15 चों 8 7 3 13, 13 चों 4 9 7 7 5 2, 297 इसका उत्तर होगा। उम्मीद है ਤੁਹਾਨੂੰ ਇਹ ਸਾਰੇ ਸਵਾਲ ਸਮਝ ਆਏ ਹੋਣਗੇ। ਧੰਨਵਾਦ। ਸੰਖਿਆਵਾਂ ਵਿੱਚ ਸਿਰਫ ਇੰਨਾ ਹੀ। ਤੁਸੀਂ ਇਸ ਦੇ ਨਾਲ ਦੇ ਹੋਰ ਕੁਐਸਚਨ ਕਰਕੇ ਆਪਣੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਸਕਦੇ ਹੋ। ਇਹ ਸਾਰੇ ਕੁਐਸਚਨ ਤੁਹਾਡੇ ਐਗਜ਼ਾਮ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਇਸ ਤੋਂ ਇਲਾਵਾ ਤੁਸੀਂ ਸਾਡੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਗਰੁੱਪਾਂ ਨੂੰ ਵੀ ਜੁਆਇਨ ਕਰ ਸਕਦੇ ਹੋ, ਜਿੱਥੇ ਕਿ ਮੈਂ ਤੁਹਾਨੂੰ ਇਸ ਦਾ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਵਾਂਗਾ ਅਤੇ ਜਿਸ ਸਬਜੈਕਟ ਉੱਤੇ ਮੈਂ ਵੀਡੀਓ ਨਹੀਂ ਬਣਾ ਪਾਉਂਦਾ ਉਹ ਸਾਰਾ ਮਟੀਰੀਅਲ ਮੈਂ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਪਾ ਦਿੰਦਾ ਹਾਂ। ਇਸ ਲਈ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਜਾਂ ਤਾਂ ਸਿੱਧੇ ਤੌਰ 'ਤੇ ਉਸ ਨੂੰ ਜੁਆਇਨ ਕਰ ਲਵੋ ਜਾਂ ਫਿਰ ਆਪਣੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਸਟੱਡੀ ਐਂਡ ਇਨਫੋ ਸਰਚ ਕਰਕੇ ਵੀ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।